Hello everyone, welcome to Victor's Knowledge. This is Chinu Sharma and today we are going to take up part 2 on MCQs related to general awareness subject. First is what is the full form of ESA? So ਇਹ ਕਾਫੀ ਜ਼ਿਆਦਾ ਕਰੰਟ ਨਿਊਜ਼ ਦੇ ਵਿੱਚ ਰਹਿ ਰਿਹਾ ਸੀ ਇਸ ਲਈ ਇਹਦੀ ਫੁੱਲ ਫਾਰਮ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਐਗਜ਼ਾਮ ਦੇ ਲਈ। ESA ਦੀ ਫੁੱਲ ਫਾਰਮ ਹੈ ਆਪਸ਼ਨ A ਯੂਰੋਪੀਅਨ ਸਪੇਸ ਏਜੰਸੀ। Next is the term known as the electric meeting is what? So electric meeting ਜਿੱਥੇ ਆਪਾਂ ਕਿਸੇ ਵੀ ਇਲੈਕਟ੍ਰੋਨਿਕ ਮੀਡੀਅਮ ਦੇ ਜ਼ਰੀਏ ਇੱਕ ਜਗ੍ਹਾ ਤੋਂ ਬੈਠ ਕੇ ਦੂਜੀ ਜਗ੍ਹਾ ਤੇ ਆਪਾਂ ਜਾਂ ਫਿਰ ਇਹਦੇ ਵਿੱਚ ਕੀ ਹੈ ਕਿ ਦੋ ਜਾਂ ਦੋ ਤੋਂ ਜ਼ਿਆਦਾ ਲੋਕੇਸ਼ਨਸ ਨੂੰ ਆਪਾਂ ਇੱਕ ਸਮੇਂ ਦੇ ਉੱਤੇ ਪੀਪਲ ਇਲੈਕਟ੍ਰੋਨਿਕਲੀ ਕਨੈਕਟ ਕਰਕੇ ਮੀਟਿੰਗ ਕਰ ਸਕਦੇ ਨੇ। ਸੋ ਜਿਹੜਾ ਇਹ ਮੀਡੀਅਮ ਹੈ ਇੱਕ ਤਰੀਕਾ ਹੈ ਇਲੈਕਟ੍ਰਿਕ ਮੀਟਿੰਗ ਦਾ, ਇਹਨੂੰ ਆਪਾਂ ਕਹਿੰਦੇ ਆ ਆਪਸ਼ਨ A ਟੈਲੀ ਕਾਨਫਰੈਂਸਿੰਗ। ਤੇ ਟੈਲੀ ਕਾਨਫਰੈਂਸਿੰਗ ਦੇ ਬਹੁਤ ਅਲੱਗ-ਅਲੱਗ ਪਲੇਟਫਾਰਮਸ ਨੇ ਤੇ ਇਹਦੀਆਂ ਐਗਜ਼ਾਮਪਲਸ ਨੇ ਸਕਾਈਪ ਹੋ ਗਿਆ, ਜ਼ੂਮ, ਸਪੈਸ਼ਲੀ ਕੋਵਿਡ-19 ਦੇ ਟਾਈਮ ਬਹੁਤ ਹੀ ਜ਼ਿਆਦਾ ਸਕਸੈਸਫੁਲ ਸੀ। ਈਵਨ ਜਿਹੜੀਆਂ ਇੰਟਰਨੈਸ਼ਨਲ ਲੈਵਲ ਦੀਆਂ ਇੰਪੋਰਟੈਂਟ ਮੀਟਿੰਗ ਸੀਗੀਆਂ, ਕੋਈ G20 ਸਬਮਿਟ ਹੋ ਗਈਆਂ, ਆਪਾਂ ਬਾਰ-ਬਾਰ ਨਿਊਜ਼ ਵਿੱਚ ਪੜ੍ਹਦੇ ਆ ਕਿ ਉਹ ਸਾਰੀਆਂ ਵਰਚੁਅਲ ਹੋ ਰਹੀਆਂ ਨੇ। ਸੋ ਵਰਚੁਅਲ ਆਨਲਾਈਨ ਮੀਟਿੰਗਸ ਇਸੇ ਮੀਡੀਅਮ ਦੇ ਜ਼ਰੀਏ ਹੁੰਦੀਆਂ ਨੇ। Next is which planet has the great red spot? So great red spot जो कि wind करके ने, so A है option A Jupiter उत्ते। Next is ਵਿੰਧਿਅਨ ਤੇ ਸਤਪੁਰਾ ਰੇਂਜ ਇਹਦੇ ਵਿਚਾਲੇ ਕਿਹੜੀ ਰਿਵਰ ਫਲੋ ਕਰਦੀ ਹੈ? very important Indian geography question. So the river name is option A ਨਰਮਦਾ। Central Rice Research Station ਕਿੱਥੇ situated ਹੈ? ਸੋ ਕਾਫੀ ਵਾਰੀ ਐਗਜ਼ਾਮਸ ਦੇ ਵਿੱਚ ਸਪੈਸ਼ਲੀ ਜਿਹੜੇ ਐਗਜ਼ਾਮ PSSB ਕੰਡਕਟ ਕਰਦੀ ਹੈ ਉਹਨਾਂ ਵਿੱਚ ਇਸ ਤਰ੍ਹਾਂ ਦੇ ਬੇਸਿਕ ਜਿਹੇ ਕੁਐਸਚਨ ਕਾਫੀ ਵਾਰੀ ਦੇਖਣ ਨੂੰ ਮਿਲਦੇ ਨੇ। ਸੋ ਸੈਂਟਰਲ ਰਾਈਸ ਰਿਸਰਚ ਸਟੇਸ਼ਨ ਹੈ ਆਪਸ਼ਨ B ਕਟਕ ਵਿੱਚ। Next is which among the following head stream meet the Ganges in the last? So Ganges ਨੂੰ ਆਖਰ ਦੇ ਵਿੱਚ ਮਿਲਣ ਵਾਲੀ head stream ਹੈ option D Bhagirathi। Patanjali is well known for the compilation of, so Patanjali ਨੂੰ ਜਾਣਿਆ ਜਾਂਦਾ ਹੈ ਕਿਹਦੀ compilation ਲਈ? option A ਯੋਗ ਸੂਤਰ। Next ਹੈ river Luni, ਇਹ ਕਿੱਥੋਂ originate ਹੁੰਦੀ ਹੈ? ਪੁਸ਼ਕਰ ਤੋਂ originate ਹੁੰਦੀ ਹੈ ਤੇ ਕਿਹਦੇ ਵਿੱਚ ਜਾ ਕੇ ਮਿਲਦੀ ਹੈ? drains into, so the right answer is option A run of Kutch। Next question is Chambal River ਕਿਹੜੇ basin ਦਾ part ਹੈ? So ਇਹਦਾ right answer ਹੈ option C ਨਰਮਦਾ। ਤੇ ਚੰਬਲ ਦੇ ਨਾਲ related ਇੱਕ ਹੋਰ important fact ਆਪਾਂ ਯਾਦ ਰੱਖਣਾ ਹੈ। ਚੰਬਲ ਹੈ ਜਿਹੜੀ river, ਇਹ ਸੈਂਟਰਲ ਇੰਡੀਆ ਦੀ ਜਿਹੜੀ important river ਹੈ ਯਮੁਨਾ, ਇਹਦੀ important tributary ਹੈ। Next is volcanic eruption do not occur in, ਇਹਨਾਂ ਵਿੱਚੋਂ ਕਿਹੜੇ sea ਦੇ ਵਿੱਚ volcanoes erupt ਨਹੀਂ ਹੁੰਦੇ? So the answer is option A Baltic Sea। Next question is where was the electricity supply first introduced in India? So ਪਹਿਲੀ ਵਾਰੀ ਬਿਜਲੀ ਦੀ supply ਜਿੱਥੇ introduce ਕੀਤੀ ਗਈ ਸੀ ਉਹਦਾ ਨਾਮ ਹੈ option C Darjeeling। Next is very important Indian geography question Amravati, Bhavani, Hemwati, Kabini ਇਹ ਕਿਹੜੀ river ਦੀਆਂ tributaries ਨੇ? ਸੋ ਇਹਨਾਂ ਦੇ ਵਿੱਚੋਂ right answer ਹੈ option C ਕਾਵੇਰੀ। ਕਾਵੇਰੀ ਦੇ ਨਾਲ ਇੱਕ ਹੋਰ important question ਹੈ ਜੋ ਕਾਫੀ ਵਾਰੀ exams ਦੇ ਵਿੱਚ repeat ਹੁੰਦਾ ਹੈ ਕਿ ਕਾਵੇਰੀ ਇੰਡੀਆ ਦੇ ਵਿੱਚ ਕਿਹੜੀਆਂ states ਦੇ ਵਿੱਚ flow ਕਰਦੀ ਹੈ? ਸੋ ਚਾਰ ਮੇਜਰ ਆਪਾਂ ਨੇ ਜਗ੍ਹਾ ਧਿਆਨ 'ਚ ਰੱਖਣੀਆਂ ਨੇ। First is ਕਰਨਾਟਕਾ, next is ਤਮਿਲਨਾਡੂ, third is Kerala and ਚੌਥੀ ਹੈ Union Territory of ਪੁਡੂਚੇਰੀ। ਜੇ ਕੁਐਸਚਨ ਵਿੱਚ ਕੱਲੀ ਸਟੇਟਸ ਪੁੱਛਿਆ ਜਾਣ ਤਾਂ ਤੁਸੀਂ ਇਹਨਾਂ ਤਿੰਨਾਂ ਵਾਲੀ ਆਪਸ਼ਨ ਨੂੰ ਟਿਕ ਕਰਨਾ ਹੈ। ਜੇ ਜਨਰਲੀ ਪੁੱਛਿਆ ਜਾਵੇ ਸਟੇਟਸ ਔਰ ਯੂਟੀ ਜਾਂ ਫਿਰ ਪਲੇਸਿਸ ਤਾਂ ਤੁਸੀਂ ਨਾਲ ਯੂਟੀ ਆਫ ਪੁਡੂਚੇਰੀ ਨੂੰ ਵੀ ਟਿਕ ਕਰਨਾ ਹੈ। Next is which of the following is related to Bharat Nirman Scheme? So ਇਹਦਾ right answer ਹੈ option C infrastructure development। ਤੇ ਜਿਹੜੀ ਇੰਪੋਰਟੈਂਟ ਸਕੀਮ ਹੈ ਭਾਰਤ ਨਿਰਮਾਣ ਦੀ ਇਹ ਸਟਾਰਟ ਹੋਈ ਸੀ ਈਅਰ 2005 ਦੇ ਵਿੱਚ।
Next is, at which one of the following places do the river Alaknanda and Bhagirathi merge? So ਇਹ ਦੋਨੋਂ ਮਿਲ ਕੇ ਗੰਗਾ ਬਣਾਉਂਦੀਆਂ ਨੇ, option A ਦੇਵ ਪ੍ਰਯਾਗ ਵਿੱਚ। Next come question from capital and country. So ਇਹਦੇ ਨਾਲ related ਪਹਿਲਾ important question ਹੈ, ਫਿਨਲੈਂਡ ਦੀ ਕੈਪੀਟਲ ਕਿਹੜੀ ਹੈ? ਸੋ ਆਪਸ਼ਨਸ ਦੇ ਵਿੱਚੋਂ ਰਾਈਟ ਆਨਸਰ ਹੈ ਆਪਸ਼ਨ ਸੀ ਹੈਲਸਿੰਕੀ। ਸੋ ਹੁਣ ਆਪਾਂ ਬਾਕੀ ਦੋਨੋਂ ਆਪਸ਼ਨਸ ਵੀ ਦੇਖ ਲੈਂਦੇ ਆ। ਕੋਨੈਕਰੇ, ਕੋਨੈਕਰੇ ਕੈਪੀਟਲ ਹੈ ਗੁਇਨੀਆ ਦੀ, ਤੇ ਪ੍ਰੇਗ ਕੈਪੀਟਲ ਹੈ ਚੈਕ ਰਿਪਬਲਿਕ ਦੀ। ਸੋ ਇਹਦੇ ਨਾਲ ਹੀ ਥੋੜੇ 3 ਇੰਪੋਰਟੈਂਟ ਕੁਐਸਚਨ ਰਿਲੇਟਡ ਟੂ ਕੈਪੀਟਲ ਤਿਆਰ ਹੁੰਦੇ ਨੇ। ਨੈਕਸਟ ਹੈ ਚਾਈਨਾ ਦੀ ਕੈਪੀਟਲ ਕੀ ਹੈ? ਸੋ ਚਾਈਨਾ ਦੀ ਕੈਪੀਟਲ ਹੈ ਆਪਸ਼ਨ ਬੀ ਬੀजिंग, ਮੋਸਟ ਰਿਪੀਟਡ ਕੁਐਸਚਨ। ਸੋ ਆਪਾਂ ਬਾਕੀ ਦੋ ਵੀ ਦੇਖ ਲੈਂਦੇ ਆ। ਸੈਂਟੀਆਗੋ ਦੀ ਕੈਪੀਟਲ ਹੈ ਐਂਡ ਹਵਾਨਾ ਦੀ ਕਿਊਬਾ। ਨੈਕਸਟ ਇਜ਼ ਅਪਰ ਹਾਊਸ ਆਫ ਇੰਡੀਅਨ ਪਾਰਲੀਮੈਂਟ। ਸੋ ਇਹ ਪੋਲਿਟੀ ਦਾ ਕੁਐਸਚਨ ਹੈ। ਜਿਹੜੇ ਪਾਰਲੀਮੈਂਟ ਦੇ ਆਪਾਂ ਨੂੰ ਪਤਾ ਹੈ ਦੋ ਹਾਊਸ ਨੇ, ਅਪਰ ਹਾਊਸ ਲੋਅਰ ਹਾਊਸ। ਜਿਹੜਾ ਅਪਰ ਹਾਊਸ ਹੈ ਉਹਨੂੰ ਆਪਾਂ ਕਹਿੰਦੇ ਆ ਆਪਸ਼ਨ ਏ ਰਾਜ ਸਭਾ, ਤੇ ਜਿਹੜਾ ਲੋਅਰ ਹਾਊਸ ਹੈ ਉਹਨੂੰ ਆਪਾਂ ਕਹਿੰਦੇ ਆ ਲੋਕ ਸਭਾ। ਸੋ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਏ ਰਾਜ ਸਭਾ। In which year Alexander the Great became the king of Macedonia? So ਹੁਣ ਕੁਝ important world history ਦੇ ਆਪਾਂ questions discuss ਕਰਾਂਗੇ। Alexander ਮੈਕੇਡੋਨੀਆ ਦਾ ਰਾਜਾ ਬਣਿਆ ਸੀ, option A 336 BC ਵਿੱਚ। Next, European Renaissance started from which country? So Renaissance ਇੱਕ enlightenment ਦਾ period ਸੀ ਜਦੋਂ ਲੋਕ ਜਾਗਰੂਕ ਹੋਏ, ਜਿਹੜੇ ਚਰਚ ਵਗੈਰਾ ਦੇ ਵਿੱਚ ਗਲਤ ਹੋ ਰਿਹਾ ਸੀ ਉਹਦੇ ਅਗੇਂਸਟ ਲੋਕਾਂ ਨੇ ਆਵਾਜ਼ ਉਠਾਉਣੀ ਸ਼ੁਰੂ ਕੀਤੀ, ਆਪਣੇ ਰਾਈਟਸ ਤੋਂ ਥੋੜਾ ਜਾਣੂ ਹੋਣ ਲੱਗੇ। ਸੋ ਜਿਹੜੀ ਰੈਨੇਸੌਨ ਹੈ ਇਹ ਸਟਾਰਟ ਹੋਈ ਸੀ ਆਪਸ਼ਨ ਸੀ ਇਟਲੀ ਤੋਂ। ਨੈਕਸਟ, ਕਿਹੜੇ ਫਰਾਂਸ ਦੇ ਆਈਲੈਂਡ ਉੱਤੇ ਨੈਪੋਲੀਅਨ ਨੇ ਜਨਮ ਲਿਆ? ਸੋ ਔਨ ਵਿਚ ਆਈਲੈਂਡ ਆਫ ਫਰਾਂਸ ਨੈਪੋਲੀਅਨ ਵਾਸ ਬੋਰਨ? ਸੋ ਦ ਰਾਈਟ ਆਨਸਰ ਇਜ਼ ਆਪਸ਼ਨ ਬੀ ਕੋਰਸਿਕਾ। ਨੈਕਸਟ ਕਮ ਬੈਟਲ ਆਫ ਵਾਟਰਲੂ ਕਿਹੜੇ ਸਾਲ ਵਿੱਚ ਲੜੀ ਗਈ? ਵੈਰੀ ਇੰਪੋਰਟੈਂਟ ਬੈਟਲ, ਤੇ ਕਾਫੀ ਵਾਰੀ ਡਾਇਰੈਕਟਲੀ ਈਅਰ ਦੇ ਵਿੱਚੋਂ ਕੁਐਸਚਨ ਪੁੱਛਿਆ ਜਾਂਦਾ ਹੈ। ਸੋ ਬੈਟਲ ਆਫ ਵਾਟਰਲੂ ਲੜੀ ਗਈ ਸੀ ਆਪਸ਼ਨ ਡੀ 1815 ਵਿੱਚ। ਇਹਦੇ ਵਿੱਚ ਪਾਰਟੀਜ਼ ਕੌਣ ਸੀ? ਸੋ ਇੱਕ ਸਾਈਡ ਤੇ ਸੀ ਨੈਪੋਲੀਅਨ, ਦੂਜੀ ਸਾਈਡ ਤੇ ਸੀ ਬ੍ਰਿਟਿਸ਼ ਆਰਮੀ। ਇੱਕ ਹੋਰ ਇੰਪੋਰਟੈਂਟ ਫੈਕਟ ਹੈ ਕਿ ਵਾਟਰਲੂ ਕਿੱਥੇ ਹੈ? ਸੋ ਵਾਟਰਲੂ ਹੈ ਬੈਲਜੀਅਮ ਵਿੱਚ। ਸੋ ਜਿਹੜੀ ਲੜਾਈ ਸੀ ਇਹਦੇ ਵਿੱਚ ਨੈਪੋਲੀਅਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸੋ ਨੈਪੋਲੀਅਨ ਦੀ ਡਿਫੀਟ ਹੋਈ ਸੀ। ਨੈਕਸਟ ਕੁਐਸਚਨ ਹੈ, ਇਨ ਵਿਚ ਈਅਰ ਅਮਰੀਕਾ ਗॉट ਇੰਡੀਪੈਂਡੈਂਸ? ਸੋ ਅਮਰੀਕਾ ਨੂੰ ਆਜ਼ਾਦੀ ਮਿਲੀ ਆਪਸ਼ਨ ਬੀ 1776 ਵਿੱਚ। ਫੇਮਸ ਪੇਂਟਿੰਗ ਮੋਨਾਲੀਸਾ, ਇਹਦੇ ਆਰਟਿਸਟ ਕੌਣ ਹੈ? ਸੋ ਦ ਆਨਸਰ ਇਜ਼ ਆਪਸ਼ਨ ਡੀ ਲਿਓਨਾਰਡੋ ਡਾ ਵਿੰਸੀ। ਜਦੋਂ ਫ੍ਰੈਂਚ ਰੈਵੋਲੂਸ਼ਨ ਹੋਈ, ਫਰਾਂਸ ਦੇ ਵਿੱਚ ਆਜ਼ਾਦੀ ਲੈਣ ਦੇ ਲਈ ਇੱਕ ਲੜਾਈ ਲੜੀ ਜਾ ਰਹੀ ਸੀ, ਉਸ ਸਮੇਂ ਰਾਜਾ ਕੌਣ ਸੀ ਫਰਾਂਸ ਦਾ? Who was the king during French Revolution? The answer is option C, Louis XVI. 100-year War 1337 to 1453 ਕਿਹੜੀਆਂ ਦੋ ਮੇਜਰ ਕੰਟਰੀਜ਼ ਦੇ ਵਿਚਾਲੇ ਲੜੀ ਗਈ? ਸੋ ਇਹ ਜਿਹੜੀ 100 ਸਾਲ ਦੀ ਲੜਾਈ ਸੀ ਇਹ ਲੜੀ ਸੀ ਆਪਸ਼ਨ A ਇੰਗਲੈਂਡ ਤੇ ਫਰਾਂਸ ਨੇ। ਕੁਈਨ ਐਲਿਜ਼ਾਬੈਥ I ਆਫ ਇੰਗਲੈਂਡ ਕਿਹੜੀ ਡਾਇਨੈਸਟੀ ਤੋਂ ਬਿਲੋਂਗ ਕਰਦੇ ਸੀ? ਸੋ ਦ ਆਨਸਰ ਇਜ਼ ਆਪਸ਼ਨ ਸੀ ਟਿਊਡਰ। ਯੂਨਾਈਟਿਡ ਸਟੇਟ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਕਿਹਨੇ ਲਿਖਿਆ? ਹੂ ਵਾਸ ਦੀ ਆਥਰ? ਦ ਆਨਸਰ ਇਜ਼ ਆਪਸ਼ਨ A ਥਾਮਸ ਜੈਫਰਸਨ। ਸੋ ਜਿਹੜੇ ਵੀ ਸਟੂਡੈਂਟ ਸਪੈਸ਼ਲੀ PPSC ਦੇ ਦੁਆਰਾ ਜਿਹੜੇ ਐਗਜ਼ਾਮ ਕੰਡਕਟ ਕਰਵਾਏ ਜਾਂਦੇ ਨੇ, ਚਾਹੇ ਉਹ ਪੰਜਾਬ PCS ਦੇ ਐਗਜ਼ਾਮ ਹੈ ਜਾਂ ਫਿਰ ਆਉਣ ਵਾਲਾ ਨਾਇਬ ਤਹਿਸੀਲਦਾਰ ਦੇ ਐਗਜ਼ਾਮ ਹੈ, ਉਹ ਸਟੂਡੈਂਟ ਸਪੈਸ਼ਲੀ ਵਰਲਡ ਹਿਸਟਰੀ ਦੇ ਉੱਤੇ ਫੋਕਸ ਕਰਨ, ਕਿਉਂਕਿ ਡਾਇਰੈਕਟਲੀ ਜੇ ਤੁਸੀਂ ਪ੍ਰੀਵੀਅਸ ਈਅਰ ਕੁਐਸਚਨਸ PCS ਦੇ ਵੀ ਦੇਖੋਗੇ ਤਾਂ ਵਰਲਡ ਹਿਸਟਰੀ ਦੇ ਵਿੱਚੋਂ ਇਸ ਤਰ੍ਹਾਂ ਦੇ ਸਿੰਪਲ ਡਾਇਰੈਕਟ ਕੁਐਸਚਨ ਪੁੱਛੇ ਜਾਂਦੇ ਨੇ। ਨੈਕਸਟ ਇਜ਼ ਨੈਪੋਲੀਅਨ ਵਾਸ ਐਗਜ਼ਾਈਲਡ ਟੂ ਦ ਸੇਂਟ ਹੈਲੇਨਾ ਆਫਟਰ ਦ ਡਿਫੀਟ ਇਨ ਦ ਵਾਰ ਆਫ? ਸੋ ਇਹ ਉਹ ਵਾਰ ਹੈ ਜਿਹਦੇ ਬਾਰੇ ਆਪਾਂ ਨੇ ਪਿੱਛੇ ਡਿਸਕਸ਼ਨ ਕੀਤੀ ਹੈ, ਜਿਹਦੇ ਵਿੱਚ ਨੈਪੋਲੀਅਨ ਹਾਰਿਆ ਸੀ। ਸੋ ਨੈਪੋਲੀਅਨ ਹਾਰਿਆ ਸੀ ਆਪਸ਼ਨ B ਵਾਟਰਲੂ ਦੀ ਲੜਾਈ ਵਿੱਚ, ਤੇ ਇਹਦਾ ਈਅਰ ਸੀ 1815। ਨੈਕਸਟ ਇਜ਼ who was the president of America during American Civil War? ਜਦੋਂ ਅਮਰੀਕਾ ਦੀ ਆਜ਼ਾਦੀ ਨੂੰ ਲੈ ਕੇ ਲੜਾਈ ਚੱਲ ਰਹੀ ਸੀ ਉਸ ਸਮੇਂ ਪ੍ਰੈਜ਼ੀਡੈਂਟ ਰਾਸ਼ਟਰਪਤੀ ਕੌਣ ਸੀ ਅਮਰੀਕਾ ਦੇ?
So the answer is option A, Abraham Lincoln. Next question is ਚਾਈਨਾ ਦੇ ਐਮਪਰਰ ਕੌਣ ਸੀ ਜਦੋਂ ਮਾਰਕੋ ਪੋਲੋ ਨੇ ਚਾਈਨਾ ਨੂੰ ਵਿਜ਼ਿਟ ਕੀਤਾ ਤਾਂ ਉਸ ਸਮੇਂ ਚਾਈਨਾ ਦੇ ਐਮਪਰਰ ਸੀ ਆਪਸ਼ਨ ਬੀ ਕੁਬਲਈ ਖਾਨ। ਕੁਬਲਈ ਖਾਨ ਕੌਣ ਸੀ? ਗੈਂਗਿਸ ਖਾਨ। Genghis Khan, founder of Yuan dynasty in 13th century China. So 13th century ਦੇ ਵਿੱਚ ਯੂਆਨ ਡਾਇਨੈਸਟੀ ਤੋਂ ਜਿਹੜੇ ਚਾਈਨਾ ਦੇ ਇੱਕ ਐਮਪਰਰ ਸੀ ਗੈਂਗਿਸ ਖਾਨ, ਉਹਨਾਂ ਦੇ ਗ੍ਰੈਂਡਸਨ ਸੀ ਕੁਬਲਈ ਖਾਨ। ਸੋ ਜਦੋਂ ਮਾਰਕੋ ਪੋਲੋ ਨੇ ਚਾਈਨਾ ਵਿਜ਼ਿਟ ਕੀਤੀ ਉਸ ਸਮੇਂ ਐਮਪਰਰ ਸੀ ਆਪਸ਼ਨ ਬੀ ਕੁਬਲਈ ਖਾਨ। ਨੈਕਸਟ ਵਿਲੀਅਮ ਸ਼ੇਕਸਪੀਅਰ ਦਾ ਜਨਮ ਕਿਹੜੇ ਸਾਲ ਵਿੱਚ ਹੋਇਆ? The answer is option C, 1564. Who wrote the book Olive Twist? Very, very important. The answer is option C, Charles Dickens. From which European country did Belgium gain independence? Belgium ਨੂੰ ਕਿਹੜੀ European country ਤੋਂ ਆਜ਼ਾਦੀ ਮਿਲੀ 1830 ਵਿੱਚ? So the country is option D, Netherlands. ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੇ ਆਪਣੀ ਪਹਿਲੀ ਮੀਟਿੰਗ ਕਿੱਥੇ ਕੀਤੀ? ਸੋ ਪਹਿਲੀ ਮੀਟਿੰਗ ਹੋਈ ਸੀ ਆਪਸ਼ਨ ਡੀ ਲੰਡਨ ਵਿੱਚ। ਬੈਨੀਟੋ ਮੁਸੋਲਿਨੀ ਵੈਰੀ ਇੰਪੋਰਟੈਂਟ ਲੀਡਰ, ਸੋ ਇਹ ਕਿੱਥੋਂ ਦੇ ਲੀਡਰ ਸੀ? ਸੋ ਹੀ ਵਾਸ ਦ ਲੀਡਰ ਆਫ ਆਪਸ਼ਨ ਬੀ ਇਟਲੀ। Which war was formally ended with Treaty of Portsmouth? ਸੋ ਇੱਕ ਅਗਰੀਮੈਂਟ ਹੋਇਆ ਸੀ ਜਿਹਦੇ ਨਾਲ ਦੋ ਮੇਜਰ ਕੰਟਰੀਜ਼ ਦੇ ਆਪਸ ਵਿੱਚ ਇੱਕ ਲੜਾਈ ਚੱਲ ਰਹੀ ਸੀ, ਉਹਦਾ ਐਂਡ ਹੋ ਗਿਆ ਸੀ। ਸੋ ਉਹ ਲੜਾਈ ਸੀ ਆਪਸ਼ਨ ਸੀ ਰੂਸੋ ਜੈਪਨੀਜ਼ ਵਾਰ। ਤੇ ਜਿਹੜੀ ਇਹ ਵਾਰ ਹੈ ਇਹਦਾ ਈਅਰ ਬਹੁਤ ਇੰਪੋਰਟੈਂਟ ਐਗਜ਼ਾਮ ਦੇ ਲਈ 1904 to 1905 ਐਂਡ ਆਲਸੋ ਜਿਹੜੀ ਟ੍ਰੀਟੀ ਆਫ ਪੋਰਟਸਮਾਊਥ ਦੀ ਇਹ ਸਾਈਨ ਕੀਤੀ ਗਈ ਸੀ 5 ਸਤੰਬਰ 1905 ਨੂੰ। Next is in which year Russian Revolution happened? So Russian Revolution ਹੋਈ ਸੀ option C 1917 ਵਿੱਚ। Sumerian civilization ਕਿੱਥੇ located ਸੀ? So ਜੇ ਆਪਾਂ ancient world history ਦੀ ਗੱਲ ਕਰੀਏ ਤਾਂ Sumerian civilization is related to option D Iraq. Which one is the indigenously ਮਤਲਬ ਕਿ ਇੰਡੀਆ ਦੇ ਵਿੱਚ ਆਪਣਾ ਤਿਆਰ ਕੀਤਾ ਗਿਆ built atomic power station in India. ਸੋ ਇਹਨਾਂ ਦੇ ਵਿੱਚੋਂ ਜਿਹੜਾ ਇੰਡੀਆ ਨੇ ਖੁਦ ਪੂਰੀ ਤਰ੍ਹਾਂ ਆਪ ਬਿਲਡ ਕੀਤਾ ਉਹ ਐਟੋਮਿਕ ਪਾਵਰ ਸਟੇਸ਼ਨ ਹੈ ਆਪਸ਼ਨ ਸੀ ਕਲਪੱਕਮ। ਨੈਸ਼ਨਲ ਇੰਸਟੀਚਿਊਟ ਆਫ ਪਲਾਂਟ ਜੀਨੋਮ ਰਿਸਰਚ ਕਿੱਥੇ ਲੋਕੇਟਡ ਹੈ? ਸੋ ਦਿਸ ਇਜ਼ ਲੋਕੇਟਡ ਐਟ ਆਪਸ਼ਨ ਏ ਨਿਊ ਦਿੱਲੀ। ਹੀਰਾਕੁਡ ਪ੍ਰੋਜੈਕਟ ਕਿਹੜੀ ਰਿਵਰ ਦਾ ਪਾਣੀ ਯੂਟਿਲਾਈਜ਼ ਕਰਦਾ ਹੈ? ਸੋ ਦ ਆਨਸਰ ਇਜ਼ ਆਪਸ਼ਨ ਡੀ ਮਹਾਨਦੀ। ਇਹ ਕੁਐਸਚਨ ਕਾਫੀ ਵਾਰੀ ਐਗਜ਼ਾਮਸ ਵਿੱਚ ਰਿਪੀਟ ਹੁੰਦਾ ਹੈ। ਸਿਗਨੇਚਰ ਬ੍ਰਿਜ ਇਹ ਕਿੱਥੇ ਹੈ? ਸੋ ਸਿਗਨੇਚਰ ਬ੍ਰਿਜ ਹੈ ਆਪਸ਼ਨ ਏ ਦਿੱਲੀ। ਕਈ ਵਾਰੀ ਰੈਂਡਮਲੀ ਜਦੋਂ ਆਪਾਂ ਸਟੈਟਿਕ ਜੀਕੇ ਦਾ ਪੋਰਸ਼ਨ ਕਰਦੇ ਹਾਂ ਉਹਦੇ ਵਿੱਚੋਂ ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾਂਦੇ ਨੇ ਕਿ ਇਹ ਬ੍ਰਿਜ ਕਿੱਥੇ ਹੈ, ਇਹ ਵਾਟਰਫਾਲ ਕਿੱਥੇ ਹੈ। ਸੋ ਇੰਡੀਆ ਨਾਲ ਰਿਲੇਟਡ ਜਿੰਨੀ ਜ਼ਿਆਦਾ ਹੋ ਸਕੇ ਤੁਸੀਂ ਸਟੈਟਿਕ ਜੀਕੇ ਪ੍ਰਿਪੇਅਰ ਕਰੋ ਕਿਉਂਕਿ ਇਹੀ ਕੁਐਸਚਨਸ ਹੁੰਦੇ ਨੇ ਜਿਹੜੇ ਐਗਜ਼ਾਮ ਦੇ ਵਿੱਚ ਤੁਹਾਨੂੰ ਬਾਕੀ ਸਟੂਡੈਂਟਸ ਦੇ ਨਾਲੋਂ ਇੱਕ ਐਜ ਦਿਵਾਉਂਦੇ ਨੇ। Next is India's first atomic power station was set up at. So India ਦਾ ਪਹਿਲਾ atomic power station ਕਿੱਥੇ set up ਕੀਤਾ ਗਿਆ ਸੀ? The answer is option D Trombay. ਕਿਹੜੀ ਇੰਡੀਅਨ ਸਿਟੀ ਹੈ ਜਿਹਨੂੰ ਕਿਹਾ ਜਾਂਦਾ ਹੈ ਕਿ ਉਹ ਜਾਪਾਨ ਦੀ ਇੱਕ ਫੇਮਸ ਸਿਟੀ ਹੈ ਕਿਓਟੋ, ਉਹਦੀ ਸਿਸਟਰ ਹੈ? So the answer is option B Varanasi. In which state of India is Lord Ayappa Temple where the entry of women has been an issue? So Lord Ayappa Temple ਜਿੱਥੇ ਬਾਰ-ਬਾਰ women entry ਨੂੰ ਲੈ ਕੇ ਕਾਫੀ ਜ਼ਿਆਦਾ issues ਆਉਂਦੇ ਨੇ, ਇਹ news ਵਿੱਚ ਵੀ ਚੱਲਦਾ ਰਹਿੰਦਾ ਹੈ। So ਇਹ located ਹੈ in the state of option A Kerala. ਕਿਹੜਾ mountain pass ਹੈ ਜਿਹੜਾ ਕਿਨੌਰ ਤੇ ਤਿੱਬਤ ਨੂੰ ਆਪਸ ਦੇ ਵਿੱਚ ਜੋੜਦਾ ਹੈ, join ਕਰਦਾ ਹੈ? So the answer is Shipkila Pass, option C. E-Charak portal started by Government of India is related to what thing? So E-Charak portal related है option D herbs ਦੇ ਨਾਲ, ਜੜੀਆਂ ਬੂਟੀਆਂ, aromatic, raw material and knowledge of Ayurveda. Next is Pencil is an online portal for effective enforcement.
ਸੋ ਜਿਹੜਾ ਕੁਐਸਚਨ ਹੈ ਇਹ ਕਾਫੀ ਵਾਰੀ ਐਗਜ਼ਾਮ ਵਿੱਚ ਰਿਪੀਟ ਹੋ ਚੁੱਕਿਆ ਆਲਰੇਡੀ। ਸੋ ਪੈਨਸਿਲ ਰਿਲੇਟਡ ਹੈ ਆਪਸ਼ਨ ਏ ਚਾਈਲਡ ਲੇਬਰ ਐਕਟ ਤੇ ਹੋਰ ਜਿੰਨੇ ਨੈਸ਼ਨਲ ਲੈਵਲ ਤੇ ਚਾਈਲਡ ਲੇਬਰ ਪ੍ਰੋਜੈਕਟ ਨੇ ਉਹਨਾਂ ਦੀ ਸਹੀ ਤਰੀਕੇ ਦੇ ਨਾਲ ਇਨਫੋਰਸਮੈਂਟ ਹੋ ਸਕੇ, ਇਹ ਚੈੱਕ ਕਰਨਾ ਕਿ ਉਹ ਪ੍ਰੋਪਰ ਲਾਗੂ ਹੋ ਰਹੇ ਨੇ, ਕਿਤੇ ਵੀ ਜੇ ਚਾਈਲਡ ਲੇਬਰ ਹੋ ਰਹੀ ਹੈ ਉਹਨਾਂ ਦੀ ਪ੍ਰੋਪਰ ਕੰਪਲੇਂਟ, ਇਹ ਸਾਰੀਆਂ ਚੀਜ਼ਾਂ ਦੇ ਬਾਰੇ ਜਿਹੜਾ ਇੱਕ ਆਨਲਾਈਨ ਪੋਰਟਲ ਹੈ ਉਹਦਾ ਨਾਮ ਹੈ ਪੈਨਸਿਲ। ਨੈਕਸਟ ਡॉट्स ਪ੍ਰੋਗਰਾਮ ਕਿਹੜੇ ਨੈਸ਼ਨਲ ਪ੍ਰੋਗਰਾਮ ਦਾ ਇੰਪੋਰਟੈਂਟ ਹਿੱਸਾ ਹੈ, ਕੰਪੋਨੈਂਟ ਹੈ। ਸੋ ਡॉट्स ਪ੍ਰੋਗਰਾਮ ਕੰਪੋਨੈਂਟ ਹੈ ਆਪਸ਼ਨ ਸੀ ਨੈਸ਼ਨਲ ਟਿਊਬਰਕਲੋਸਿਸ ਕੰਟਰੋਲ ਪ੍ਰੋਗਰਾਮ ਦਾ। ਐਂਡ ਫॉर ਐਗਜ਼ਾਮੀਨੇਸ਼ਨ ਪੁਆਇੰਟ डॉट्स ਦੀ ਫੁੱਲ ਫਾਰਮ ਵੀ ਆਪਾਂ ਤਿਆਰ ਕਰਨੀ ਹੈ। ਸੋ डॉट ਸਟੈਂਡ ਫॉर ਡਾਇਰੈਕਟਲੀ observed treatment short course। ਸੋ ਸਪੈਸੀਫਿਕਲੀ ਇੱਕ ਸਟ੍ਰੈਟਜੀ ਹੈ ਜਿਹਦੇ ਨਾਲ ਜਿਹੜੇ ਟੀਬੀ ਟਿਊਬਰਕਲੋਸਿਸ ਦੇ ਕੇਸਿਸ ਨੇ ਉਹਨਾਂ ਦਾ ਨੰਬਰ ਹੈ ਜਿਹੜਾ ਉਹਨੂੰ ਰਿਡਿਊਸ ਕੀਤਾ ਜਾ ਸਕੇ। Which is the first smart city in India to run on 100% renewable energy during daytime? So the answer is option B, DU. Alexander Ellis। So ਇਹ ਹੁਣ ਕੁਝ ਕਰੰਟ ਅਫੇਅਰ ਚ ਕੁਐਸਚਨ ਨੇ। ਇਹ ਨਵੇਂ ਹਾਈ ਕਮਿਸ਼ਨਰ ਬਣੇ ਨੇ ਇੰਡੀਆ ਦੇ ਕਿਹੜੀ ਕੰਟਰੀ ਦੇ? So he has been appointed as the new option B, British High Commissioner to India। ਨੈਕਸਟ ਇਸ ਕਿਹੜੀ ਕੰਟਰੀ ਨੇ ਰੀਸੈਂਟਲੀ ਆਪਣੇ ਰਾਸ਼ਟਰੀ ਗਾਨ ਨੈਸ਼ਨਲ ਐਂਥਮ ਦੇ ਵਿੱਚੋਂ ਕੁਝ ਵਰਡਸ ਚੇਂਜ ਕੀਤੇ ਨੇ, ਅਮੈਂਡਮੈਂਟ ਕੀਤੀ ਹੈ ਟੂ ਆਨਰ ਇੰਡੀਜੀਨੀਅਸ ਪੀਪਲ। ਸੋ ਇਹ ਕੰਟਰੀ ਹੈ ਆਪਸ਼ਨ ਏ ਆਸਟ੍ਰੇਲੀਆ। ਤੇ ਆਸਟ੍ਰੇਲੀਆ ਦੇ ਨੈਸ਼ਨਲ ਐਂਥਮ ਦਾ ਨਾਮ ਕੀ ਹੈ? ਸੋ ਦ ਨੇਮ ਇਜ਼ ਆਲਸੋ ਇੰਪੋਰਟੈਂਟ, ਐਡਵਾਂਸ ਆਸਟ੍ਰੇਲੀਆ ਫੇਅਰ। ਨੈਕਸਟ ਕੁਐਸਚਨ ਹੈ ਨੈਸ਼ਨਲ ਯੂਥ ਡੇ ਕਿਸ ਦਿਨ ਸੈਲੀਬ੍ਰੇਟ ਕੀਤਾ ਜਾਂਦਾ ਹੈ? ਸੋ ਇਹ ਸੈਲੀਬ੍ਰੇਟ ਕੀਤਾ ਜਾਂਦਾ ਆਪਸ਼ਨ ਡੀ 12 ਜਨਵਰੀ ਨੂੰ। ਸੋ ਆਪਾਂ ਇਹਨੂੰ ਵਿਵੇਕਾਨੰਦ ਜਯੰਤੀ ਦੇ ਨਾਮ ਦੇ ਨਾਲ ਵੀ ਸੈਲੀਬ੍ਰੇਟ ਕਰਦੇ ਹਾਂ ਕਿਉਂਕਿ 12 ਜਨਵਰੀ ਮਾਰਕਸ ਦ ਬਰਥ ਐਨੀਵਰਸਰੀ ਆਫ ਸਵਾਮੀ ਵਿਵੇਕਾਨੰਦ। Indian Meteorological Department inaugurated India's highest meteorological center। So ਇਹ inaugurate ਹੋਇਆ ਆਪਸ਼ਨ A ਲਦਾਖ ਵਿੱਚ। India's first national sport university has been launched in। So India ਦੀ ਪਹਿਲੀ sports university launch ਕੀਤੀ ਗਈ ਹੈ option B ਮਨੀਪੁਰ ਵਿੱਚ। Who became the first women fighter pilot to participate in Republic Day flypast? So ਪਹਿਲੀ fighter pilot ਬਣੀ ਹੈ women option A ਭਾਵਨਾ ਕੰਤ, ਜਿਨ੍ਹਾਂ ਨੇ ਰਿਪਬਲਿਕ ਡੇ ਦੀ ਜਿਹੜੀ flypast ਹੁੰਦੀ ਹੈ ਉਹਦੇ ਵਿੱਚ participate ਕੀਤਾ ਸੀ। Next very important question related to international sports, Wimbledon women's single title 2021 ਕਿਹਨੇ ਜਿੱਤਿਆ? So the answer is option A Ashley Barty। Also we have to remember कि ਕਿਹੜੀ country ਤੋਂ belong ਕਰਦੇ हैं। So Ashley Barty is an Australian tennis player। Which article of Indian Constitution is related to Indian foreign policy? So India ਦੀ foreign policy ਨੂੰ ਜਿਹੜਾ article highlight ਕਰਦਾ ਹੈ ਉਹ ਹੈ option A article 51। Next is ਜੇ ਕਿਸੇ ਨੇ ਇੰਡੀਆ ਦੀ ਨਾਗਰਿਕਤਾ ਲੈਣੀ ਹੈ, citizenship ਲੈਣੀ ਹੈ ਤਾਂ ਉਹਦੇ ਲਈ ਇਹਨਾਂ ਚਾਰਾਂ options ਦੇ ਵਿੱਚੋਂ ਕਿਹੜੀ condition ਜ਼ਰੂਰੀ ਨਹੀਂ ਹੈ? So the answer is option D property। ਕਿਹੜੇ article ਦੇ ਅੰਦਰ ਕਿਹਾ ਗਿਆ ਹੈ ਕਿ ਕੋਈ ਵੀ ਇੰਡੀਵਿਜੂਅਲ ਜੇ ਕਿਸੇ ਦਾ ਫੰਡਾਮੈਂਟਲ ਰਾਈਟ ਵਾਇਲੇਟ ਹੁੰਦਾ ਹੈ ਤਾਂ ਉਹ ਸੁਪਰੀਮ ਕੋਰਟ ਕੋਲ ਜਾ ਸਕਦਾ ਹੈ। ਸੋ ਇਹਦੇ ਲਈ ਆਰਟੀਕਲ ਹੈ ਆਪਸ਼ਨ D 32 ਤੇ ਜੇ ਉਹਦੇ ਹਾਈ ਕੋਰਟ ਹੁੰਦਾ ਤਾਂ ਉਹਦੇ ਲਈ ਆਰਟੀਕਲ ਹੁੰਦਾ 226। ਨੈਕਸਟ ਇਜ਼ ਸੈਫੋਲੋਜੀ ਕਿਸ ਚੀਜ਼ ਦੀ ਸਟੱਡੀ ਹੈ? ਸੋ ਦਿਸ ਇਜ਼ ਦ ਸਟੱਡੀ ਆਫ ਆਪਸ਼ਨ C ਇਲੈਕਸ਼ਨ। बलवंत राय मेहता कमेटी एक पंचायती राज इंस्टीट्यूशन लोकल गवर्नमेंट ਨਾਲ ਰਿਲੇਟਡ ਕਮੇਟੀ ਹੈ। ਇਹਦੀ ਜਿਹੜੀ ਰਿਪੋਰਟ ਹੈ ਉਹ ਕਿਸ ਤਰ੍ਹਾਂ ਦਾ ਸਿਸਟਮ ਸੁਜੈਸਟ ਕਰਦੀ ਸੀ ਲੋਕਲ ਲੈਵਲ ਤੇ? ਸੋ ਦ ਸਿਸਟਮ ਸੁਜੈਸਟਡ ਵਾਸ ਆਫ ਆਪਸ਼ਨ B 3 tier ਸਿਸਟਮ। ਜੁਡੀਸ਼ਰੀ ਐਗਜ਼ੀਕਿਊਟਿਵ ਤੋਂ ਸੈਪਰੇਟ ਹੋਣੀ ਚਾਹੀਦੀ ਹੈ, ਇਹ ਕਿਹੜੇ ਆਰਟੀਕਲ ਵਿੱਚ ਕਿਹਾ ਗਿਆ? ਆਪਸ਼ਨ C ਆਰਟੀਕਲ 50। ਸੋ ਇਹਦਾ ਸਿੰਪਲ ਜਿਹਾ ਮਤਲਬ ਹੈ ਕਿ ਜਿਹੜੀ ਜੁਡੀਸ਼ਰੀ ਹੈ ਇੰਡੀਆ ਦੀ ਉਹ ਇੰਡੀਪੈਂਡੈਂਟ ਹੈ, ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਇਨਵੋਲਵਮੈਂਟ ਇੰਟਰਫੇਰੈਂਸ ਨਹੀਂ ਹੋਊਗੀ ਤੇ ਉਹ ਬਿਲਕੁਲ ਹੀ
ਟਰਾਂਸਪੇਰੈਂਸੀ ਦੇ ਨਾਲ ਅਨਬਾਇਸਡ ਤਰੀਕੇ ਦੇ ਨਾਲ ਕੰਮ ਕਰੂਗੀ। Which one article was inserted by Constitution for implementation of GST? So good and service tax ਨੂੰ ਲਾਗੂ ਕਰਵਾਉਣ ਦੇ ਲਈ Constitution ਦੇ ਵਿੱਚ ਇੱਕ ਆਰਟੀਕਲ ਐਡ ਕੀਤਾ ਗਿਆ। So the article is option A 279A, very important। ਸੈਂਟਰ ਸਟੇਟ ਰਿਲੇਸ਼ਨ ਦੇ ਨਾਲ ਰਿਲੇਟਡ ਇੰਡੀਆ ਦੇ ਵਿੱਚ ਕਨਸਟੀਟਿਊਸ਼ਨ ਦੇ ਅੰਦਰ ਕਿਹੜੇ ਆਰਟੀਕਲਸ ਨੇ? ਸੋ ਦ ਆਰਟੀਕਲਸ ਆਰ ਆਪਸ਼ਨ B 245 to 293। ਫਰਸਟ ਇੰਡੀਅਨ ਮੂਵੀ ਜਿਹੜੀ ਆਸਕਰ ਦੇ ਲਈ ਸਬਮਿਟ ਕੀਤੀ ਗਈ, ਸੋ that was option B ਮਦਰ ਇੰਡੀਆ। ਫਰਸਟ ਫਿਲਮਫੇਅਰ ਅਵਾਰਡ ਫॉर ਬੈਸਟ ਐਕਟਰ ਕਿਹਨੂੰ ਮਿਲਿਆ ਸੀ? ਸੋ this was given to option B ਦਿਲੀਪ ਕੁਮਾਰ। ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਕਿੱਥੇ ਲੋਕੇਟਡ ਹੈ? ਸੋ ਇਹ ਹੈ ਆਪਸ਼ਨ C ਪੂਨੇ ਵਿੱਚ। ਨੈਕਸਟ ਇਜ਼ ਇਲੈਕਟ੍ਰੀਕਲ ਹੀਟਿੰਗ ਡਿਵਾਈਸ ਯੂਜੂਅਲੀ ਕਿਹਦੇ ਬਣੇ ਹੁੰਦੇ ਨੇ? ਸੋ ਦ ਆਨਸਰ ਇਜ਼ ਆਪਸ਼ਨ C ਨਾਈਕ੍ਰੋਮ। ਨਾਈਕ੍ਰੋਮ ਇੱਕ ਅਲੋਏ ਹੈ ਤੇ ਇਹ ਕਿਹੜੇ ਦੋ ਚੀਜ਼ਾਂ ਨੂੰ ਮਿਲ ਕੇ ਬਣਦਾ ਹੈ? ਸੋ that are ਨਿਕਲ ਪਲੱਸ ਕ੍ਰੋਮੀਅਮ। ਨੈਕਸਟ ਇਜ਼ ਮਲੇਰੀਅਲ ਫੀਵਰ ਕਿਹਦੇ ਨਾਲ ਹੁੰਦਾ ਹੈ? So the answer is option D plasmodium। ਹਨੀ ਸ਼ਹਿਦ ਦੇ ਵਿੱਚ ਕਿਹੜਾ ਕਾਰਬੋਹਾਈਡਰੇਟ ਹੈ ਜਿਹੜਾ ਰਿਚ ਕੁਆਂਟੀਟੀ ਵਿੱਚ ਹੁੰਦਾ ਹੈ, ਕਾਫੀ ਜ਼ਿਆਦਾ ਪਾਇਆ ਜਾਂਦਾ ਹੈ? So which carbohydrate is rich in honey? Answer is option C fructose। A suitable boy book ਦੇ ਰਾਈਟਰ ਕੌਣ ਹੈ? So who is the writer of book Suitable Boy? Answer is option A ਵਿਕਰਮ ਸੇਠ। ਕਿਰਨ ਦੇਸਾਈ ਜਿਨ੍ਹਾਂ ਨੂੰ ਮੈਨ ਬੁਕਰ ਪ੍ਰਾਈਜ਼ ਮਿਲਿਆ ਸੀ, ਆਪਾਂ ਨੇ ਦੱਸਣਾ ਹੈ ਵੀ ਕਿਹੜੀ ਬੁੱਕ ਦੇ ਲਈ ਮਿਲਿਆ ਸੀ। ਸੋ ਦ ਆਨਸਰ ਇਜ਼ ਆਪਸ਼ਨ D ਦ ਇਨਹੈਰੀਟੈਂਸ ਆਫ ਲਾਸ। ਨੈਕਸਟ ਆਪਣਾ ਕੁਐਸਚਨ ਹੈ ਵਿਚ ਵਨ ਇਜ਼ ਦ ਲੌਂਗੈਸਟ ਇੰਡੀਅਨ ਨੋਵਲ ਐਵਰ ਪਬਲਿਸ਼ਡ ਇਨ ਅ ਸਿੰਗਲ ਵੋਲਿਊਮ ਇਨ ਇੰਗਲਿਸ਼ ਲੈਂਗੁਏਜ। ਸੋ ਇੰਗਲਿਸ਼ ਭਾਸ਼ਾ ਦੇ ਵਿੱਚ ਛਪਣ ਵਾਲਾ ਇੰਡੀਆ ਦਾ ਸਭ ਤੋਂ ਲੰਬਾ ਨੋਵਲ ਕਿਹੜਾ ਹੈ ਜਿਹਦਾ ਇੱਕ ਸਿੰਗਲ ਵੋਲਿਊਮ ਆਇਆ? So that is option C A Suitable Boy। Next comes very important question related to book and author। So Train to Pakistan book ਦੇ author ਕੌਣ ਹੈ? The answer is option B ਖੁਸ਼ਵੰਤ ਸਿੰਘ। Next fictional character ਇੱਕ ਮੋਗਲੀ ਕਿਹਨੇ create ਕੀਤਾ ਹੈ? So ਮੋਗਲੀ character creation ਹੈ option D ਰੁਦਿਆਰਡ ਕਿਪਲਿੰਗ। So ਰੁਦਿਆਰਡ ਕਿਪਲਿੰਗ ਦੀ ਇੱਕ ਜੰਗਲ book series ਸੀ The Jungle Book Stories ਜਿਹਦੇ ਵਿੱਚ ਉਹਨਾਂ ਨੇ ਇੱਕ fictional character create ਕੀਤਾ ਸੀ ਮੋਗਲੀ। So last question is from which year Sahitya Academy Award was created? So Sahitya Academy Award start ਹੋਇਆ ਸੀ option C 1954 ਵਿੱਚ। So this was all about। I hope you liked the video। Please do subscribe to my channel, like, comment and share। Thank you and good luck।